प्रोड्यूसर और डायरैक्टर ने निशाने ते ने कनेडा तो खालिस्तानी अतवादी वसूल रहे प्रोटेक्शन मनी गैंगस्टरां दे नाल मिल के वसूली जा रही है रंगदारी ते पंजाब दे क्लब मालकां तो भी वसूली की जा रही है। पंजाबी म्यूजिक इंडस्ट्री ते कबड्डी लीग ते भी कब्जा करने की कोशिश हो रही है। एनआईए ने अपनी जांच तो बाद बाकायदा कोर्ट नूं उन्हां नावां दे बारे भी जानकारी दी है जो टारगेट ते सन। इस दे विच वड्डे कारोबारी पंजाबी गायक अते सियासी पार्टियां नाल जुड़े लोग शामिल। वड्डा खुलासा इस वेले दहशतगर्दां दे निशाने ते बॉलीवुड नजर आ रहा है और यह पहली बार नहीं है। तुहानूं दस दईए कि बेशक यह ताज़ा तरीन रिपोर्ट दे विच इस तरीके का खुलासा हुंदा नजर आ रहा है, पर लगातार सवाल उठते रहे ने। संगीत की दुनिया दे विच किस तरीके एंट्री करने की कोशिश गैंगस्टर करते रहे ने, किस तरीके अपराधिक अंसर जिहड़े ने संगीत की दुनिया पंजाबी संगीत जगत दे विच एंट्री करने की कोशिश करते रहे ने। काले धन नूं ब्लैक मनी नूं इस्तेमाल करके ब्लैक मनी नूं वाइट करने का जरिया इस दुनिया नूं बनाना चाहते हैं। और इस सब दे विचाले अहम खुलासा गैंगस्टर अतवादी गठजोड़ ते एनआईए की चार्जशीट दे विच बड़ा खुलासा होया है। मेरे सहयोगी अमन ज्यादा जानकारी देंगे इस पूरे मामले को लेके। अमन, एनआईए की चार्जशीट खुलासे कई अहम खुलासे और कई अजिहे जिहड़े पहला खदशे प्रगटाए जाते सी वो खदशे भी हुण साबित होंदे नजर आ रहे हैं। अमन, साफ तौर पे गगन, और क्योंकि ਜਿਹੜਾ ਨੈਕਸਸ ਖਾਸ ਕਰਕੇ ਸਾਹਮਣੇ ਆਇਆ ਹੈ ਕਿ ਜਿਹੜੇ ਗੈਂਗਸਟਰਸ ਨੇ ਅਤੇ ਟੈਰਰਿਸਟ ਨੇ ਉਹ ਕਿਵੇਂ ਖਾਲਿਸਤਾਨੀਆਂ ਜ਼ਰੀਏ ਆਪਰੇਟ ਕਰਦੇ ਸੀਗੇ। ਔਰ ਇਸ ਕਿਉਂਕਿ ਜਿਨ੍ਹਾਂ ਇਸ਼ੂਜ਼ ਤੇ ਜਾਂ ਜਿਨ੍ਹਾਂ ਚੀਜ਼ਾਂ ਦੇ ਅੰਦਰ ਗੈਂਗਸਟਰ ਜਾਂ ਟੈਰਰਿਸਟ ਇਨਵੋਲਵ ਨੇ ਤਾਂ ਉਹਨਾਂ ਦੇ ਬੈਕ ਐਂਡ ਤੇ ਖਾਲਿਸਤਾਨੀ ਕੰਮ ਕਰ ਰਹੇ ਨੇ। ਇਹ ਐਨਆਈਏ ਨੇ ਆਪਣੀ ਚਾਰਜਸ਼ੀਟ 'ਚ ਜਿਹੜੀ ਡਿਟੇਲ ਹੈ ਉਹ ਕੋਰਟ 'ਚ ਦਿੱਲੀ ਕੋਰਟ 'ਚ ਦਰਜ ਕੀਤੀ ਹੈ। ਔਰ ਇਸ ਅੰਦਰ ਟਾਰਗੇਟ ਕਿਲਿੰਗ ਤੇ ਇਹ ਪਤਾ ਲੱਗਿਆ ਕਿ 700 ਸ਼ੂਟਰ ਅਜਿਹੇ ਨੇ ਜੋ ਇੰਡਾਇਰੈਕਟ ਤਰੀਕੇ ਤੇ ਖਾਲਿਸਤਾਨ ਦੇ ਇਸ਼ਾਰਿਆਂ ਤੇ ਕੰਮ ਕਰਦੇ ਸੀ। ਔਰ ਟਾਰਗੇਟ ਕਿਲਿੰਗ ਦੇ ਉੱਤੇ ਕਈ ਜਿਹੜੇ ਬਾਲੀਵੁੱਡ ਦੇ ਟੌਪ ਤੇ ਕਹੀਏ ਤਾਂ ਮਨਕੀਰਤ ਔਲਖ ਦਾ ਨਾਮ ਹੈ ਕਿ ਉਹ ਟਾਰਗੇਟ ਤੇ ਸੀਗੇ। ਉਸ ਤੋਂ ਇਲਾਵਾ ਕਈ ਪੋਲੀਟੀਸ਼ੀਅਨ ਚਾਹੇ ਉਹ ਸ਼ਿਵ ਸੈਨਾ ਦੇ ਜਾਂ ਹਿੰਦੂ ਲੀਡਰ ਨੇ ਜਾਂ ਉਸ ਤੋਂ ਇਲਾਵਾ ਆਰਐਸਐਸ ਨਾਲ ਜੁੜੇ ਨੇ ਉਹ ਟਾਰਗੇਟ ਤੇ ਸੀਗੇ। ਔਰ ਖਾਸ ਕਰਕੇ ਇੱਕ ਇਹ ਵੀ ਚੀਜ਼ ਅਹਿਮ ਇਸ ਦੇ ਅੰਦਰ ਡਿਸਕਲੋਜ਼ ਹੋਈ ਹੈ ਕਿ ਖਾਲਿਸਤਾਨੀ ਜਿਹੜੇ ਐਕਟਿਵਿਸਟ ਨੇ ਉਹ ਕਿਵੇਂ ਇਹਨਾਂ ਗੈਂਗਸਟਰਸ ਦੇ ਜ਼ਰੀਏ ਇੱਥੇ ਹਥਿਆਰ ਪੰਜਾਬ ਦੇ ਅੰਦਰ ਜਿਹੜਾ ਹੈ ਡਰੋਨ ਜ਼ਰੀਏ ਭੇਜ ਰਹੇ ਸੀ। ਔਰ ਇਸ ਤੋਂ ਇਲਾਵਾ ਹਥਿਆਰ ਭੇਜ ਕੇ ਜੋ ਐਕਟੀਵਿਟੀਜ਼ ਹੁੰਦੀ ਸੀ ਉਸ ਦੇ ਨਾਲ ਪੈਸਾ ਇਕੱਠਾ ਕੀਤਾ ਜਾਂਦਾ ਸੀ ਔਰ ਉਸ ਪੈਸੇ ਨੂੰ ਵਰਤਿਆ ਜਾਂਦਾ ਸੀ। ਔਰ ਇਸ ਪੈਸੇ ਇਕੱਠੇ ਕਰਨ ਦੇ ਅੰਦਰ ਜਿਹੜੇ ਅਸੀਂ ਦੇਖਦੇ ਸੀ ਕਿ ਗੈਂਗਸਟਰਸ ਨੇ ਧਮਕੀ ਦਿੱਤੀ ਹੈ, ਪੈਸੇ ਮੰਗੇ ਹੈ, ਫਰੋਤੀ ਮੰਗੀ ਹੈ। ਇਸ ਦੇ ਉੱਤੇ ਟੌਪ ਤੇ ਨਾਂ ਸੀਗਾ ਜਿਹੜੇ ਕਲੱਬ ਮਾਲਕ ਨੇ ਉਹਨਾਂ ਦਾ, ਚਾਹੇ ਪੰਜਾਬ ਹਰਿਆਣਾ ਦੇ ਔਰ ਚੰਡੀਗੜ੍ਹ ਦੇ ਖਾਸ ਕਰਕੇ। ਉਸ ਤੋਂ ਇਲਾਵਾ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਦਾ ਨਾਂ ਸੀ। ਬਾਲੀਵੁੱਡ ਦੇ ਨਾਲ ਜਿਹੜੇ ਜੁੜੇ ਹੋਏ ਡਾਇਰੈਕਟਰ ਪ੍ਰੋਡਿਊਸਰ ਨੇ ਉਹਨਾਂ ਦਾ ਨਾਂ ਸੀ। ਤਾਂ ਇਸ ਚੀਜ਼ ਦਾ ਖੁਲਾਸਾ ਜਿਹੜਾ ਹੈ ਉਹ ਐਨਆਈਏ ਨੇ ਆਪਣੀ ਚਾਰਜਸ਼ੀਟ ਦੇ ਅੰਦਰ ਕੀਤਾ ਕਿ ਖਾਲਿਸਤਾਨੀ ਕਿਵੇਂ ਜਿਹੜਾ ਹੈ ਇੱਕ ਤਾਂ ਉੱਥੇ ਇਸ ਨੂੰ ਯੂਜ਼ ਕਰ ਰਹੇ ਨੇ ਔਰ ਇਹਨਾਂ ਗੈਂਗਸਟਰ ਦੇ ਜ਼ਰੀਏ ਚਾਹੇ ਉਹ ਕਬੱਡੀ ਲੀਗ ਹੈ ਉਸ ਤੇ ਕਿਵੇਂ ਆਪਣੀ ਗ੍ਰਿਪ ਕਰਨਾ ਚਾਹੁੰਦੇ ਸੀ, ਉਸ ਨੂੰ ਕਿਵੇਂ ਕੰਟਰੋਲ ਕਰਨਾ ਚਾਹੁੰਦੇ ਸੀ ਔਰ ਕਿਵੇਂ ਹਥਿਆਰ ਭੇਜ ਕੇ ਉਸ ਦੇ ਜ਼ਰੀਏ ਟੈਰਰ ਫੰਡਿੰਗ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਸੀਗੀ। ਔਰ ਪੂਰੀ ਡਿਟੇਲ ਜਿਹੜੀ ਹੈ ਉਹ ਦਿੱਤੀ ਹੈ ਕਿ ਕਿਵੇਂ ਅਰਸ਼ਦੱਲਾ ਜਿਹੜਾ ਹੈ ਉਹ ਸੰਪਰਕ 'ਚ ਆਇਆ, ਕਿਵੇਂ ਜਿਹੜੇ ਲੰਡਾ ਤੇ ਅਰਸ਼ਦੀਪ ਦੱਲਾ ਨੇ ਦੋਵੇਂ ਕਿਵੇਂ ਇਕੱਠੇ ਹੋਏ ਔਰ ਕਿਵੇਂ ਇਹ ਇੰਡਾਇਰੈਕਟ ਤਰੀਕੇ ਦੇ ਨਾਲ ਖਾਲਿਸਤਾਨ ਲਈ ਬੈਕ ਐਂਡ ਤੇ ਕੰਮ ਕਰ ਰਹੇ ਸੀ। ਔਰ ਇਸ ਦੇ ਨਾਲ ਇਹ ਵੀ ਇੱਕ ਖੁਲਾਸਾ ਹੈ ਕਿ ਜਿਹੜੇ ਇੱਥੋਂ ਜਿਹੜੇ ਐਸਪੀਰੈਂਟ ਨੇ ਖਾਸ ਕਰਕੇ ਬਾਹਰ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਕਿਵੇਂ ਉੱਥੇ ਬਾਹਰ ਬੁਲਾ ਕੇ ਪੀਆਰ ਦੇ ਨਾਂ ਤੇ ਜਿਹੜਾ ਹੈ ਉਹ ਵਰਤਿਆ ਜਾਂਦੇ ਸੀ ਅਤੇ ਇਨ ਕੰਮਾਂ ਦੇ ਅੰਦਰ ਨਵੇਂ ਯੂਥ ਨੂੰ ਖਾਸ ਕਰਕੇ ਹਥਿਆਰਾਂ, ਡਰੱਗਸ ਅਤੇ ਗੈਂਗਸਟਰ ਅਤੇ ਖਾਲਿਸਤਾਨ ਜਿਹੜਾ ਨੈਕਸਸ ਹੈ ਇਸ ਦੇ ਅੰਦਰ ਕਿਵੇਂ ਵਰਤਿਆ ਜਾਂਦਾ ਸੀ। ਇਸ ਪੂਰੀ ਡਿਟੇਲ ਨੂੰ ਜਿਹੜਾ ਹੈ ਉਹ ਐਨਆਈਏ ਨੇ ਚਾਰਜਸ਼ੀਟ ਕੀਤਾ ਹੈ। ਔਰ ਇਸ ਦੇ ਅੰਦਰ ਇਹ ਵੀ ਪਤਾ ਲੱਗਿਆ ਹੈ ਕਿ ਟਾਰਗੇਟ ਕਿਲਿੰਗ ਤੋਂ ਇਲਾਵਾ ਇਸ ਦੇ ਅੰਦਰ ਆਪਰੇਟ ਕੌਣ ਕਰਦਾ ਸੀ। ਲਾਰੈਂਸ ਬਿਸ਼ਨੋਈ ਦਾ ਇਸ ਦੇ ਅੰਦਰ ਜ਼ਿਕਰ ਹੈ। ਉਸ ਤੋਂ ਇਲਾਵਾ 700 ਸ਼ੂਟਰਸ ਦਾ ਜ਼ਿਕਰ ਹੈ। ਡਰੋਨਸ ਦੇ ਜ਼ਰੀਏ ਹਥਿਆਰ ਭੇਜ ਕੇ ਜਿਨ੍ਹਾਂ ਨੇ ਇੱਥੇ ਇਸ ਤਰੀਕੇ ਦੀ ਗਤੀਵਿਧੀਆਂ ਕੀਤੀਆਂ ਉਹਨਾਂ ਦੀ ਪੂਰੀ ਡਿਟੇਲ ਇਸ ਚਾਰਜਸ਼ੀਟ ਦੇ ਅੰਦਰ ਜ਼ਿਕਰ ਹੈਗੀ ਹੈ। ਔਰ ਜਿਹੜੇ ਟਾਰਗੇਟ ਤੇ ਸੀ ਔਰ ਕਿਵੇਂ ਕੰਮ ਕਰਦੇ ਸੀ ਉਸ ਪੂਰੀ ਚੀਜ਼ ਦਾ ਵਿਵਰਾ ਜਿਹੜਾ ਹੈ ਉਹ ਐਨਆਈਏ ਨੇ ਚਾਰਜਸ਼ੀਟ ਜ਼ਰੀਏ ਦਿੱਤਾ ਹੈ। ਅਮਨ, ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਵੇਲੇ ਵੀ ਇਹੀ ਸਵਾਲ, ਇਹੀ ਸਭ ਤੋਂ ਵੱਡਾ ਸਵਾਲ ਚਰਚਾ ਦੇ ਵਿੱਚ ਆਇਆ ਸੀ ਕਿ ਕੀ ਗੈਂਗਸਟਰ, ਕੀ ਅਪਰਾਧੀ, ਕੀ ਮੁਲਜ਼ਮ, ਕੀ ਅਜਿਹੀ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਵ ਲੋਕ ਕੀ ਉਹ ਮਿਊਜ਼ਿਕ ਇੰਡਸਟਰੀ ਨੂੰ ਆਪਣਾ ਟਾਰਗੇਟ ਕਰ ਰਹੇ ਨੇ। ਜਿਸ ਤਰੀਕੇ ਬਾਲੀਵੁੱਡ ਤੇ ਲਗਾਤਾਰ ਇੱਕ ਅੰਡਰਵਰਲਡ ਦਾ ਸਾਇਆ ਰਿਹਾ ਹੈ ਕਿਸੇ ਵੇਲੇ,
ਕਿ ਉਸੇ ਤਰੀਕੇ ਦਾ ਸਾਇਆ ਪੰਜਾਬ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਲਈ ਵੀ ਡਿਵੈਲਪ ਕੀਤਾ ਜਾ ਰਿਹਾ ਹੈ। NIA ਦੀ ਚਾਰਜਸ਼ੀਟ ਉਸ ਤੇ ਮੋਹਰ ਲਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ। ਬਿਲਕੁਲ ਸਾਫ਼ ਤੌਰ ਤੇ, ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਇੱਕ ਕੜੀ ਨੂੰ NIA ਨੇ ਜੋੜਿਆ ਹੈ ਉਸ ਦੇ ਅੰਦਰ ਇਸ ਚੀਜ਼ ਸਾਫ਼ ਤੌਰ ਤੇ ਪਤਾ ਲੱਗ ਰਹੀ ਹੈ ਕਿ ਕਿਵੇਂ ਇਹਨਾਂ ਦੇ ਜ਼ਰੀਏ ਕੰਮ ਕਰਵਾਇਆ ਜਾ ਰਿਹਾ ਸੀਗਾ ਔਰ ਕਿਵੇਂ ਟੈਰਰ ਫੰਡਿੰਗ ਕਰਵਾਈ ਜਾ ਰਹੀ ਸੀ ਔਰ ਖਾਸ ਕਰਕੇ ਕਿਵੇਂ ਖਾਲਿਸਤਾਨੀ ਬੈਕ ਐਂਡ ਤੇ ਇਸ ਤੇ ਕੰਮ ਕਰ ਰਹੇ ਸੀ। ਔਰ ਇਹੀ ਨਹੀਂ, ਇਹਨਾਂ ਦੇ ਜ਼ਰੀਏ ਟੈਰਰ ਫੰਡਿੰਗ ਤੋਂ ਇਲਾਵਾ ਵੀ ਜਿਵੇਂ ਜੋ ਬਾਹਰ ਜਾਣ ਦੇ ਚੁੱਕੀ ਜਾਂ ਜੋ PR ਦੇ ਜ਼ਰੀਏ ਉੱਥੇ ਦੇ ਤਰੀਕੇ ਦੇ ਨਾਲ ਕੰਮ ਕੀਤਾ ਜਾਂਦਾ ਸੀ ਉਹ ਵੀ ਡਿਸਕਲੋਜ਼ ਹੋਇਆ। ਇਹ ਵੀ NIA ਨੇ ਜਿਹੜਾ ਹੈ ਉਹ ਡਿਸਕਲੋਜ਼ ਕੀਤਾ ਹੈ ਕਿ ਜਿਹੜਾ ਉੱਥੇ ਕੋਆਰਡੀਨੇਸ਼ਨ ਇੱਕ ਕਮੇਟੀ ਬਣਾ ਕੇ ਕੋਆਰਡੀਨੇਸ਼ਨ ਰੂਮ ਬਣਾਇਆ ਗਿਆ ਸੀਗਾ ਕਿ ਹਥਿਆਰ ਇੱਥੇ ਭੇਜਣੇ ਕਿਵੇਂ ਨੇ, ਭੇਜ ਕੇ ਕਾਂਡ ਕਿੱਥੇ ਹੋਣਾ ਹੈ ਔਰ ਉੱਥੇ ਪੈਸਾ ਕਿੱਥੇ ਆਏਗਾ, ਹਵਾਲਾ ਜ਼ਰੀਏ ਕਿੰਨੇ ਪੈਸੇ ਭੇਜੇਗੇ, ਇਸ ਸਭ ਬਾਬਤ ਇੱਕ ਕੋਆਰਡੀਨੇਸ਼ਨ ਟੀਮ ਕੋਆਰਡੀਨੇਸ਼ਨ ਰੂਮ ਵੀ ਜਿਹੜਾ ਹੈ ਉਹ ਬਾਹਰ ਕੈਨੇਡਾ ਦੇ ਅੰਦਰ ਇਸਟੈਬਲਿਸ਼ ਸੀਗਾ। ਔਰ ਨਾਲ ਕੈਨੇਡਾ ਦੇ ਜਿੱਥੇ ਇਹ ਐਕਟਿਵਿਸਟ ਮੌਜੂਦ ਨੇ ਉੱਥੇ ਸੈਪਰੇਟ ਇੱਕ ਇਸ ਤਰੀਕੇ ਦੀ ਡਿਵੈਲਪਮੈਂਟ ਕਿਵੇਂ ਕੀਤੀ ਜਾਏ ਜਾਂ ਇਸ ਨੈਕਸਸ ਨੂੰ ਕਿਵੇਂ ਵਧਾਇਆ ਜਾਏ, ਇਸ ਤੇ ਵੀ ਇਹ ਸੈਪਰੇਟਿਸਟ ਜਿਹੜੇ ਨੇ ਉਹ ਕੰਮ ਕਰ ਰਹੇ ਸੀ। ਇਹ ਸਾਰੀ ਚੀਜ਼ ਦਾ ਬਿਊਰੋ ਜਿਹੜਾ ਹੈ ਉਹ NIA ਨੇ ਦਿੱਤਾ ਹੈ ਕਿ ਕਿਵੇਂ ਅਸੀਂ ਇੱਥੇ ਦੇਖਿਆ ਜਦੋਂ ਮੂਸੇਵਾਲੇ ਦਾ ਕਤਲ ਹੋਇਆ ਕਿ ਕਿਵੇਂ ਹਥਿਆਰ ਪਹੁੰਚ ਗਏ ਜਾਂ ਕਿਵੇਂ ਸਭ ਕੁਝ ਨਾ ਪਤਾ ਹੁੰਦੇ ਹੋਏ ਪੁਲਿਸ ਨੂੰ ਕਿਵੇਂ ਬਚਾ ਕੇ ਹਥਿਆਰ ਪਹੁੰਚੇ ਜਾਂ ਕਿਵੇਂ ਦੂਸਰੇ ਦੇਸ਼ ਤੋਂ ਹਥਿਆਰ ਆਉਂਦੇ ਨੇ। ਤਾਂ ਉਸ ਚੀਜ਼ ਦਾ ਖੁਲਾਸਾ ਕਹੀਏ ਤਾਂ NIA ਨੇ ਕੀਤਾ ਹੈ। ਔਰ ਇਹ ਕੁਝ ਦਿਨ ਪਹਿਲਾਂ ਹੀ ਪਿਛਲੇ ਦਿਨਾਂ ਦੇ ਅੰਦਰ ਕੋਰਟ ਦੇ ਅੰਦਰ ਦਾਖਲ ਚਾਰਜਸ਼ੀਟ NIA ਨੇ ਕੀਤੀ ਹੈ ਜੋ ਕਿ ਅੱਜ ਬਾਹਰ ਆਈ ਹੈ। ਔਰ ਇਸ ਤੋਂ ਇਲਾਵਾ ਜਿਹੜੇ ਟਾਰਗੇਟ ਤੇ ਸੀਗੇ ਉਹਨਾਂ 'ਚ ਜੈਲਦਾਰ ਦਾ ਨਾਂ ਹੈ, ਜੋਨੀ ਦਾ ਨਾਂ ਹੈ,